ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਜਿਵੇਂ ਹੀ BC ਦੇ ਵਿੱਚ ਕੁਝ ਨਸ਼ਿਆਂ ਦੇ ਉੱਤੇ ਐਗਜ਼ੈਂਪਸ਼ਨ ਦਿੱਤੀ ਤਾਂ ਉਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਅਲਬਰਟਾ ਤੋਂ ਖਾਸ ਤੌਰ ਤੇ ਇਸ ਫੈਸਲੇ ਦੀ ਨਿੰਦਾ ਕੀਤੀ ਜਾ ਰਹੀ ਹੈ। ਉੱਥੇ ਹੀ ਉਪਕਾਰ ਤਾਤਲੇ ਸਾਡੇ ਨਾਲ ਜੁੜੇ ਹੋਏ ਸੀ, ਜਿਨ੍ਹਾਂ ਨੇ ਬੜੀ ਬਾਰੀਕੀ ਦੇ ਨਾਲ ਸਮਝਾਇਆ ਕਿ ਆਖਿਰਕਾਰ ਇਹ ਫੈਸਲਾ ਸਹੀ ਹੈ ਜਾਂ ਗਲਤ, ਜਾਂ ਇਸ ਫੈਸਲੇ ਦੇ ਨਾਲ ਕਿਸ ਤਰ੍ਹਾਂ ਦੇ BC ਦੇ ਵਿੱਚ ਪ੍ਰਭਾਵ ਪੈਣਗੇ। ਵਿਸਥਾਰ ਦੇ ਨਾਲ ਜਾਣਕਾਰੀ ਹਾਸਲ ਕਰਾਂਗੇ। ਸ਼ੁਰੂਆਤ ਹੈਡਲਾਈਨਸ ਦੇ ਨਾਲ। ਅਲਬਰਟਾ 'ਚ ਜੇਸਨ ਕੈਨੀ ਨੇ ਘੱਟ ਅਮਾਉਂਟ ਦੇ ਨਸ਼ੇ ਨੂੰ ਅਪਰਾਧ ਨਾ ਮੰਨਣ ਦੇ ਫੈਸਲੇ ਦੀ ਕੀਤੀ ਨਿੰਦਾ। ਕਿਹਾ ਗੁਆਂਢੀ ਸੂਬੇ ਨਾਲ ਸਲਾਹ ਕਰਕੇ ਲੈਣਾ ਚਾਹੀਦਾ ਸੀ ਫੈਸਲਾ। ਚੈਨਲ ਪੰਜਾਬੀ ਨਾਲ ਗੱਲਬਾਤ ਦੌਰਾਨ ਇੱਕ ਡਰੱਗ ਐਡਿਕਟ ਵਿਅਕਤੀ ਨੇ ਦੱਸੀ ਆਪਣੀ ਕਹਾਣੀ। ਕਿਹਾ ਨਸ਼ੇ 'ਚ ਤਸੇ ਵਿਅਕਤੀਆਂ ਦੀ ਬਾਂਹ ਫੜਨ ਦੀ ਇਸ ਵੇਲੇ ਲੋੜ। ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ 'ਚ 1.5% ਕੀਤਾ ਵਾਧਾ। ਬੈਂਕ ਨੇ ਵੱਧ ਰਹੀ ਮਹਿੰਗਾਈ ਤੇ ਠੱਲ ਪਾਉਣ ਦਾ ਦਿੱਤਾ ਹਵਾਲਾ। ਜਿੱਥੇ ਖਬਰਾਂ ਵਿਸਥਾਰ ਦੇ ਨਾਲ। ਜਿਵੇਂ ਹੀ BC ਦੇ ਵਿੱਚ ਘੱਟ ਨਸ਼ਾ ਰੱਖਣ ਨੂੰ ਜਿਹੜੀ ਹੈ ਉਸ ਨੂੰ ਛੋਟ ਦਿੱਤੀ ਗਈ, ਯਾਨੀ ਕਿ ਉਸ ਨੂੰ ਅਪਰਾਧ ਨਹੀਂ ਮੰਨਿਆ ਜਾਏਗਾ, ਇਹ ਫੈਸਲਾ ਹੋਇਆ ਤਾਂ ਵੱਖ-ਵੱਖ ਥਾਵਾਂ ਤੋਂ ਤਰਕ ਵਿਤਰਕ ਇਸ ਵੇਲੇ ਹੋ ਰਹੇ ਨੇ। ਅਲਬਰਟਾ ਦੇ ਵਿੱਚ ਇਸ ਦਾ ਸੇਕ ਕਾਫੀ ਲੱਗਿਆ। ਅਲਬਰਟਾ ਦਾ ਕਹਿਣਾ ਹੈ ਕਿ ਗੁਆਂਢੀ ਸੂਬਾ ਹੋਣ ਦੇ ਨਾਤੇ ਉਹਨਾਂ ਨਾਲ ਇਸ ਸੰਬੰਧੀ ਗੱਲਬਾਤ ਕਰਨੀ ਚਾਹੀਦੀ ਸੀ। ਇਹ ਫੈਸਲਾ ਬਿਲਕੁਲ ਗਲਤ ਹੈ। ਇਸ ਦੇ ਨਾਲ ਵਾਰਦਾਤਾਂ ਹੋਰ ਵਧਣਗੀਆਂ, ਨਸ਼ਾ ਵੀ ਹੋਰ ਵਧੇਗਾ। ਦੱਸ ਦੇ ਕਿ ਇਸ ਸੰਬੰਧੀ ਜਿਵੇਂ ਹੀ ਅਲਬਰਟਾ ਦਾ ਆਪਣਾ ਤਰਕ ਸਾਹਮਣੇ ਆਇਆ ਤਾਂ ਉਸ ਤੋਂ ਪਹਿਲਾਂ ਇਹ ਗੱਲ ਕਹੀ ਜਾ ਰਹੀ ਹੈ BC ਸਰਕਾਰ ਦੇ ਵੱਲੋਂ ਵੀ ਕਿ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਕਿਰਿਆ ਜਿਹੜੀ ਹੈ ਇਸ ਦੀ ਕੀਤੀ ਜਾਵੇਗੀ। ਪਰ ਇਸ ਵੇਲੇ ਦੱਸਦੇ ਕਿ ਇਸ ਨਸ਼ੇ ਨੂੰ ਰੋਕਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਖਾਸ ਕਰਕੇ ਓਵਰਡੋਜ਼ ਮੌਤਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਸਦਕਾ ਹੀ ਇਹ ਫੈਸਲਾ ਕੀਤਾ ਗਿਆ ਹੈ। ਆਓ ਦੇਖਦੇ ਹਾਂ ਕਿਹੜੇ-ਕਿਹੜੇ ਨਸ਼ੇ ਹੈ ਜਿਨ੍ਹਾਂ ਦੇ ਵਿੱਚ ਐਗਜ਼ੈਂਪਸ਼ਨ ਦਿੱਤੀ ਗਈ ਹੈ ਤੇ ਕੀ ਹੈ ਆਖਿਰਕਾਰ ਪੂਰੀ ਗੱਲਬਾਤ। BC ਦੇ ਨਵੇਂ ਪ੍ਰੋਗਰਾਮ, ਜਿਸ ਦੇ ਤਹਿਤ ਅਗਲੇ ਸਾਲ ਤੋਂ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਕੋਲੋਂ ਨਿੱਜੀ ਇਸਤੇਮਾਲ ਦੇ ਲਈ 2.5 ਗ੍ਰਾਮ ਤੱਕ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਮਿਲਣ ਤੇ ਉਹਨਾਂ ਨੂੰ ਗ੍ਰਿਫਤਾਰ ਜਾਂ ਚਾਰਜ ਨਹੀਂ ਕੀਤਾ ਜਾਏਗਾ। ਇਸ ਫੈਸਲੇ ਨੂੰ ਹਰ ਕਿਤੇ ਵੱਖ-ਵੱਖ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਗੁਆਂਢੀ ਸੂਬੇ ਅਲਬਰਟਾ ਦੇ ਵਿੱਚ ਜੇਸਨ ਕੈਨੀ ਨੇ ਇਸ ਫੈਸਲੇ ਦੀ ਨਿੰਦਾ ਕੀਤੀ। ਇੰਗੇਜਡ ਕਮਿਊਨਿਟੀਜ਼ ਦੇ ਫਾਊਂਡਰ ਤੇ ਐਗਜ਼ੀਕਿਊਟਿਵ ਡਾਇਰੈਕਟਰ ਉਪਕਾਰ ਤਾਤਲੇ ਨੇ ਕਿਹਾ ਕਿ ਅਲਬਰਟਾ ਵੱਲੋਂ ਅਜਿਹੀ ਪ੍ਰਤੀਕਿਰਿਆ ਆਉਣ ਦੀ ਸੰਭਾਵਨਾ ਪਹਿਲਾਂ ਤੋਂ ਜਤਾਈ ਜਾ ਰਹੀ ਸੀ। ਜੇਸਨ ਕੈਨੀ ਜਾਂ ਪ੍ਰੋਵਿੰਸ਼ੀਅਲ ਸਰਕਾਰ ਉੱਥੇ ਅਲਬਰਟਾ 'ਚ ਆਪਾਂ ਨੂੰ ਦੋ ਚੀਜ਼ਾਂ ਦੇਖਣੀਆਂ ਚਾਹੀਦੀਆਂ। ਨੰਬਰ 1 ਇਹ ਹੈ ਵੀ ਜਿੱਥੇ ਇਹ ਅਨਾਉਂਸ ਕੀ ਐਗਜ਼ੈਂਪਸ਼ਨ ਆਈ ਹੈ, ਇੱਥੇ ਪ੍ਰੋਵਿੰਸ ਦੇ ਵਿੱਚ BC ਵਾਲਿਆਂ ਨੇ ਹੀ ਅਪਲਾਈ ਕੀਤਾ ਸੀ ਪਿਛਲੇ ਸਾਲ ਨਵੰਬਰ ਦੇ ਵਿੱਚ, ਕਿਉਂਕਿ ਇੱਥੇ BC ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਓਵਰਡੋਸ, ਪੋਇਜ਼ਨਸ ਡਰੱਗ ਸਪਲਾਈ ਤੋਂ ਡੈਥਸ ਜਿਹੜੀਆਂ ਹੋ ਰਹੀਆਂ ਨੇ ਬਹੁਤ ਜ਼ਿਆਦਾ ਫੈਲੀ ਹੋਈ ਹੈ। ਸੋ ਨੈਚੁਰਲੀ ਬਣਦਾ ਵੀ BC ਅਪਲਾਈ ਕਰੇ। ਜਿਹੜੇ ਹੈਲਥ ਕੈਨੇਡਾ ਨੂੰ ਉਹਨਾਂ ਨੂੰ ਐਗਜ਼ੈਂਪਸ਼ਨ ਲਈ ਜਿਹੜੀ ਹੁਣ ਮਿਲੀ 2.5 ਗ੍ਰਾਮ, ਜਿਹਨਾਂ ਇਨੀਸ਼ਲੀ ਇਹਨਾਂ ਨੇ 4.5 ਦਾ ਅਪਲਾਈ ਕੀਤਾ ਸੀ। ਹੁਣ ਕੀ ਹੈ, ਇਹ ਇੱਥੇ BC ਦੇ ਵਿੱਚ ਆ ਜਿਹੜੇ 6 ਮਹੀਨੇ ਨੇ ਪਲੈਨਿੰਗ ਦੇ ਵਿੱਚ, ਫਿਰ 2023 ਜਨਵਰੀ ਦੇ ਵਿੱਚ ਜਦੋਂ ਲਾਂਚ ਹੋਇਆ ਇਹ ਇੱਕ ਕਿਸਮ ਦਾ ਟੈਂਪਲੇਟ ਬਣ ਜਾਣਾ ਰੈਸਟ ਆਫ ਦ ਪ੍ਰੋਵਿੰਸ। ਸੋ ਆਮ ਜਦੋਂ ਹੈਲਥ ਕੈਨੇਡਾ ਕੁਛ ਵੀ ਕਰ ਰਿਹਾ, ਇੱਕ ਪ੍ਰੋਵਿੰਸ ਤੋਂ ਸਟਾਰਟ ਕਰ ਰਹੇ ਨੇ, ਹੌਲੀ ਹੌਲੀ ਉੱਥੇ ਜਿਹੜੇ ਕੋਈ ਵੀ ਪ੍ਰੋਬਲਮਸ ਹੁੰਦੇ, ਚੈਲੰਜਸ ਹੁੰਦੇ ਨੇ, ਇੰਪਰੂਵ ਕਰਦੇ ਕਰਦੇ ਦੂਜੇ ਪ੍ਰੋਵਿੰਸਿਸ ਦੇ ਵਿੱਚ ਫਿਰ ਇਹ ਉਹੀ ਪ੍ਰੋਗਰਾਮ ਨੂੰ ਲਾਂਚ ਕਰਨਗੇ। ਦੂਸਰੀ ਗੱਲ ਇਹ ਹੈ ਵੀ ਆਪਾਂ ਨੂੰ ਪਤਾ ਵੀ BC ਦੇ ਵਿੱਚ ਆਪਣੀ ਹੁਣ ਜਿਵੇਂ ਸਾਡੀ ਸੰਸਥਾ ਨਾਲੇ ਹੋਰ ਵੀ ਆਰਗੇਨਾਈਜੇਸ਼ਨਸ ਹੈਲਥ BC ਦੇ ਵਿੱਚ ਜਿਹੜੇ ਹੈਲਥ ਅਥਾਰਟੀਜ਼ ਨੇ ਸਾਰੇ ਹਾਰਮ ਰਿਡਕਸ਼ਨ ਅਪਰੋਚ ਲੈਂਦੇ ਨੇ। ਅਲਬਰਟਾ ਦੇ ਵਿੱਚ ਡਿਫਰੈਂਟ ਅਪਰੋਚ ਹੈ। ਤਕਰੀਬਨ ਆਲਮੋਸਟ ਪ੍ਰੋਹਿਬਿਸ਼ਨ ਸਾਈਡ 'ਤੇ ਪੈ ਜਾਂਦੇ ਨੇ ਉਹ ਵੀ ਨਸ਼ਾ ਹੋਣਾ ਹੀ ਨਹੀਂ ਚਾਹੀਦਾ, ਇਹਨੂੰ ਖ਼ਤਮ ਕਰੋ। ਜੇ ਤੁਸੀਂ ਕਰ ਰਹੇ ਹੋ ਛੇਤੀ ਤੁਸੀਂ ਰਿਕਵਰੀ ਹਾਊਸ ਚਲੇ ਜਾਓ। ਅਸੀਂ ਕੀ ਕਰਦੇ ਇੱਥੇ ਪ੍ਰੋਵਿੰਸ ਦੇ ਵਿੱਚ ਅਗਲੇ ਇਨਸਾਨ ਨੂੰ ਉਹਨਾਂ ਦੀ ਆਵਾਜ਼ ਸੁਣਦੇ ਹੁੰਦੇ ਹਾਂ ਵੀ ਤੁਸੀਂ ਦੱਸੋ ਤੁਸੀਂ ਕੀ ਚਾਹੁੰਦੇ, ਤੁਸੀਂ ਕਦੋਂ ਤਿਆਰ ਹੋਵੋਗੇ ਇਸ ਪੈਥਵੇ 'ਤੇ। ਅਤੇ ਸਾਫ਼ ਰਿਸਰਚ ਵੀ ਤੁਹਾਨੂੰ ਦਿਖਾਉਂਦਾ ਵੀ ਜਦੋਂ ਤੁਸੀਂ ਇਨਸਾਨ ਆਪ ਤਿਆਰ ਹੁੰਦਾ, ਆਪ ਦੱਸਦੇ ਨੇ ਵੀ ਮੈਂ ਹਾਂ ਹੁਣ ਤਿਆਰ ਹਾਂ ਕੁਛ ਕਰਨ ਨੂੰ, ਉਹਨਾਂ ਦੇ ਰੇਟਸ ਆਫ ਰਿਕਵਰੀ ਬਹੁਤ ਜ਼ਿਆਦਾ ਇੰਪਰੂਵ ਹੁੰਦੇ ਨੇ। ਜਦੋਂ ਤੁਸੀਂ ਇੰਪੋਜ਼ ਕਰਦੇ ਹੋ ਕੁਛ ਵੀ ਚੀਜ਼, ਉਹ ਤਾਂ ਆਪਾਂ ਨੂੰ ਪਤਾ ਹੀ ਹਰੇਕ ਇਨਸਾਨ, ਜਦੋਂ ਤੁਸੀਂ ਇਨਸਾਨ ਨੂੰ ਕਹਿੰਦੇ ਹੋ ਵੀ ਆਹ ਹੁਣੇ ਕਰੋ, ਬੱਚੇ ਨੂੰ ਕਹੋ, ਉਹ ਘੱਟ ਮੰਨਣਗੇ। ਬੱਚੇ ਨਾਲ ਦੀ ਨਾਲ ਉਹਨਾਂ ਤੁਰ ਕੇ ਉਹਨੂੰ ਦਿਖਾਓਗੇ ਵੀ ਹਾਂ ਆਹ ਤਰੀਕੇ ਨੇ, ਆਹ ਤੁਸੀਂ ਬੈਨੀਫਿਟ ਕਰੋਗੇ, ਉਹਦੀ ਸਕਸੈਸ ਜ਼ਿਆਦਾ ਹੁੰਦਾ। ਸੋ ਅਲਬਰਟਾ ਦੇ ਵਿੱਚ ਉਹ ਡਿਫਰੈਂਟ ਅਪਰੋਚ ਹੈ। ਅਤੇ ਮੈਂ ਤਕਰੀਬਨ ਮੈਨੂੰ ਆਲਮੋਸਟ ਪਤਾ ਹੀ ਸੀ ਖਬਰ ਸੁਣਨ ਤੋਂ ਪਹਿਲਾਂ ਹੀ ਵੀ ਮੇਬੀ ਅਲਬਰਟਾ ਇਸ ਸਾਈਡ ਨੂੰ ਨੈਗੇਟਿਵਲੀ ਲਊਗਾ, ਹੈ ਨਾ, ਇਸ ਅਨਾਊਂਸਮੈਂਟ ਨੂੰ ਨੈਗੇਟਿਵਲੀ ਲਊਗਾ। ਆਲਮੋਸਟ ਐਕਸਪੈਕਟਡ ਰਿਐਕਸ਼ਨ ਆ ਉਹਨਾਂ ਦਾ। ਸੋ ਹੋਪਫੁਲੀ ਉੱਥੇ ਚੇਂਜ ਆ ਜੂਗੀ। ਮੇਰਾ ਖਿਆਲ ਹੁਣ ਜੇਸਨ ਕੈਨੀ ਹੁਣੀ ਸ਼ਾਇਦ ਉਹ ਵੀ ਸਰਕਾਰ ਚੇਂਜ ਹੋਣ ਲੱਗੀ ਹੈ ਅਤੇ ਮੇਬੀ BC ਦਾ ਐਗਜ਼ਾਮਪਲ ਉਹ ਪੋਜ਼ੀਟਿਵਲੀ ਲੈਣ ਅਤੇ ਉੱਥੇ ਵੀ ਇਹ ਜਿਹੜੇ ਪ੍ਰੋਗਰਾਮ ਆ ਐਗਜ਼ੈਂਪਸ਼ਨ ਆ ਉੱਥੇ ਵੀ ਇਹਨਾਂ ਨੂੰ ਫਾਇਦਾ ਹੋਵੇ। ਇੰਨਾ ਹੀ ਨਹੀਂ, ਇਹ ਫੈਸਲਾ
ਸਹੀ ਹੋਵੇਗਾ ਜਾਂ ਗਲਤ? ਓਵਰਡੋਜ਼ ਮੌਤਾਂ ਨੂੰ ਰੋਕਣ ਵਿੱਚ ਇਹ ਕਿਵੇਂ ਮਦਦ ਕਰੇਗਾ? ਪ੍ਰੋਗਰਾਮ ਨੂੰ ਲਾਂਚ ਕਰਨ ਤੋਂ ਪਹਿਲਾਂ ਦੇ 6 ਮਹੀਨਿਆਂ ਦੇ ਵਿੱਚ ਵੀ ਇਸ ਦਾ ਖਾਕਾ ਜਿਹੜਾ ਉਹ ਕਿਵੇਂ ਤਿਆਰ ਕੀਤਾ ਜਾਏਗਾ? ਇਸ ਪ੍ਰੋਗਰਾਮ ਨੂੰ ਤਿਆਰ ਕਰਨਾ ਕੀ ਇੱਕ ਚੁਣੌਤੀ ਹੋਏਗਾ? ਇਸ ਤੇ ਉਪਕਾਰ ਤਾਜ਼ਲੇ ਨੇ ਦੱਸਿਆ। ਜੇਸਨ ਕੈਨੀ ਜਾਂ ਪ੍ਰੋਵਿੰਸ਼ੀਅਲ ਸਰਕਾਰ ਉੱਥੇ ਅਲਬਰਟਾ 'ਚ ਆਪਾਂ ਨੂੰ ਦੋ ਚੀਜ਼ਾਂ ਦੇਖਣੀਆਂ ਚਾਹੀਦੀਆਂ। ਨੰਬਰ 1 ਇਹ ਹੈ ਵੀ ਜਿੱਥੇ ਇਹ ਅਨਾਉਂਸ ਕੀ ਐਗਜ਼ੈਂਪਸ਼ਨ ਆਈ ਹੈ, ਇੱਥੇ ਪ੍ਰੋਵਿੰਸ ਦੇ ਵਿੱਚ BC ਵਾਲਿਆਂ ਨੇ ਹੀ ਅਪਲਾਈ ਕੀਤਾ ਸੀ ਪਿਛਲੇ ਸਾਲ ਨਵੰਬਰ ਦੇ ਵਿੱਚ, ਕਿਉਂਕਿ ਇੱਥੇ BC ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਓਵਰਡੋਸ ਪੋਇਜ਼ਨਸ ਡਰੱਗ ਸਪਲਾਈ ਤੋਂ ਡੈਥਸ ਜਿਹੜੀਆਂ ਹੋ ਰਹੀਆਂ ਨੇ ਬਹੁਤ ਜ਼ਿਆਦਾ ਫੈਲੀ ਹੋਈ ਹੈ। ਸੋ ਨੈਚੁਰਲੀ ਬਣਦਾ ਵੀ BC ਅਪਲਾਈ ਕਰੇ, ਜਿਹੜੇ ਹੈਲਥ ਕੈਨੇਡਾ ਨੂੰ ਉਹਨਾਂ ਨੂੰ ਐਗਜ਼ੈਂਪਸ਼ਨ ਲਈ ਜਿਹੜੀ ਹੁਣ ਮਿਲੀ 2.5 ਗ੍ਰਾਮ, ਜਿਹਨਾਂ ਇਨੀਸ਼ੀਅਲੀ ਇਹਨਾਂ ਨੇ 4.5 ਦਾ ਅਪਲਾਈ ਕੀਤਾ ਸੀ। ਹੁਣ ਕੀ ਹੈ, ਇਹ ਇੱਥੇ BC ਦੇ ਵਿੱਚ ਆ ਜਿਹੜੇ 6 ਮਹੀਨੇ ਨੇ ਪਲੈਨਿੰਗ ਦੇ ਵਿੱਚ, ਫਿਰ 2023 ਜਨਵਰੀ ਦੇ ਵਿੱਚ ਜਦੋਂ ਲਾਂਚ ਹੋਇਆ ਇਹ ਇੱਕ ਕਿਸਮ ਦਾ ਟੈਂਪਲੇਟ ਬਣ ਜਾਣਾ ਰੈਸਟ ਆਫ ਦਾ ਪ੍ਰੋਵਿੰਸ। ਸੋ ਆਮ ਜਦੋਂ ਹੈਲਥ ਕੈਨੇਡਾ ਕੁਛ ਵੀ ਕਰ ਰਿਹਾ, ਇੱਕ ਪ੍ਰੋਵਿੰਸ ਤੋਂ ਸਟਾਰਟ ਕਰ ਰਹੇ ਨੇ, ਹੌਲੀ ਹੌਲੀ ਉੱਥੇ ਜਿਹੜੀ ਕੋਈ ਵੀ ਪ੍ਰੋਬਲਮਸ ਹੁੰਦੇ, ਚੈਲੰਜਸ ਹੁੰਦੇ ਨੇ, ਇੰਪਰੂਵ ਕਰਦੇ ਦੂਜੇ ਪ੍ਰੋਵਿੰਸਿਸ ਦੇ ਵਿੱਚ ਫਿਰ ਇਹ ਉਹੀ ਪ੍ਰੋਗਰਾਮ ਨੂੰ ਲਾਂਚ ਕਰਨਗੇ। ਦੂਸਰੀ ਗੱਲ ਇਹ ਹੈ ਵੀ ਆਪਾਂ ਨੂੰ ਪਤਾ ਵੀ BC ਦੇ ਵਿੱਚ ਆਪਣੀ ਹੁਣ ਜਿਵੇਂ ਸਾਡੀ ਸੰਸਥਾ ਨਾਲੇ ਹੋਰ ਵੀ ਆਰਗੇਨਾਈਜੇਸ਼ਨਸ ਹੈਲਥ BC ਦੇ ਵਿੱਚ ਜਿਹੜੇ ਹੈਲਥ ਅਥਾਰਟੀਜ਼ ਨੇ ਸਾਰੇ ਹਾਰਮ ਰਿਡਕਸ਼ਨ ਅਪਰੋਚ ਲੈਂਦੇ ਨੇ। ਅਲਬਰਟਾ ਦੇ ਵਿੱਚ ਡਿਫਰੈਂਟ ਅਪਰੋਚ ਹੈ, ਤਕਰੀਬਨ ਆਲਮੋਸਟ ਪ੍ਰੋਹਿਬਿਸ਼ਨ ਸਾਈਡ ਤੇ ਪੈ ਜਾਂਦੇ ਨੇ ਉਹ ਵੀ ਨਸ਼ਾ ਹੋਣਾ ਹੀ ਨਹੀਂ ਚਾਹੀਦਾ, ਇਹਨੂੰ ਖਤਮ ਕਰੋ, ਜੇ ਤੁਸੀਂ ਕਰ ਰਹੇ ਹੋ ਛੇਤੀ ਤੁਸੀਂ ਰਿਕਵਰੀ ਹਾਊਸ ਚਲੇ ਜਾਓ। ਅਸੀਂ ਕੀ ਕਰਦੇ ਇੱਥੇ ਪ੍ਰੋਵਿੰਸ ਦੇ ਵਿੱਚ ਅਗਲੇ ਇਨਸਾਨ ਨੂੰ ਉਹਨਾਂ ਦੀ ਆਵਾਜ਼ ਸੁਣਦੇ ਹੁੰਦੇ ਹਾਂ ਵੀ ਤੁਸੀਂ ਦੱਸੋ ਤੁਸੀਂ ਕੀ ਚਾਹੁੰਦੇ, ਤੁਸੀਂ ਕਦੋਂ ਤਿਆਰ ਹੋਵੋਗੇ ਇਸ ਪੈਥਵੇ ਤੇ ਸਾਫ਼ ਰਿਸਰਚ ਵੀ ਤੁਹਾਨੂੰ ਦਿਖਾਉਂਦਾ ਵੀ ਜਦੋਂ ਤੁਸੀਂ ਇਨਸਾਨ ਆਪ ਤਿਆਰ ਹੁੰਦਾ, ਆਪ ਦੱਸਦੇ ਨੇ ਵੀ ਮੈਂ ਹਾਂ ਹੁਣ ਤਿਆਰ ਹਾਂ ਕੁਛ ਕਰਨ ਨੂੰ, ਉਹਨਾਂ ਦੇ ਰੇਟਸ ਆਫ ਰਿਕਵਰੀ ਬਹੁਤ ਜ਼ਿਆਦਾ ਇੰਪਰੂਵ ਹੁੰਦੇ ਨੇ। ਜਦੋਂ ਤੁਸੀਂ ਇੰਪੋਜ਼ ਕਰਦੇ ਹੋ ਕੁਛ ਵੀ ਚੀਜ਼, ਉਹ ਤਾਂ ਆਪਾਂ ਨੂੰ ਪਤਾ ਹੀ ਹਰੇਕ ਇਨਸਾਨ, ਜਦੋਂ ਤੁਸੀਂ ਇਨਸਾਨ ਨੂੰ ਕਹਿੰਦੇ ਹੋ ਵੀ ਆਹ ਹੁਣੇ ਕਰੋ, ਬੱਚੇ ਨੂੰ ਕਹੋ, ਉਹ ਘੱਟ ਮੰਨਣਗੇ। ਬੱਚੇ ਨਾਲ ਦੀ ਨਾਲ ਉਹਨਾਂ ਤੁਰ ਕੇ ਉਹਨਾਂ ਨੂੰ ਦਿਖਾਓਗੇ ਵੀ ਹਾਂ ਆਹ ਤਰੀਕੇ ਨੇ, ਆਹ ਤੁਸੀਂ ਬੈਨੀਫਿਟ ਕਰੋਗੇ, ਉਹਦੀ ਸਕਸੈਸ ਜ਼ਿਆਦਾ ਹੁੰਦਾ। ਸੋ ਅਲਬਰਟਾ ਦੇ ਵਿੱਚ ਉਹ ਡਿਫਰੈਂਟ ਅਪਰੋਚ ਹੈ ਅਤੇ ਮੈਂ ਤਕਰੀਬਨ ਮੈਨੂੰ ਆਲਮੋਸਟ ਪਤਾ ਹੀ ਸੀ ਖਬਰ ਸੁਣਨ ਤੋਂ ਪਹਿਲਾਂ ਹੀ ਵੀ ਮੇਬੀ ਅਲਬਰਟਾ ਇਸ ਸਾਈਡ ਨੂੰ ਨੈਗੇਟਿਵਲੀ ਲਊਗਾ, ਹੈ ਨਾ, ਇਸ ਅਨਾਊਂਸਮੈਂਟ ਨੂੰ ਨੈਗੇਟਿਵਲੀ ਲਊਗਾ। ਆਲਮੋਸਟ ਐਕਸਪੈਕਟਡ ਰਿਐਕਸ਼ਨ ਆ ਉਹਨਾਂ ਦਾ। ਸੋ ਹੋਪਫੁਲੀ ਉੱਥੇ ਚੇਂਜ ਆ ਜੂਗੀ। ਮੇਰਾ ਖਿਆਲ ਹੁਣ ਜੇਸਨ ਕੈਨੀ ਹੁਣੀ ਸ਼ਾਇਦ ਉਹ ਵੀ ਸਰਕਾਰ ਚੇਂਜ ਹੋਣ ਲੱਗੀ ਹੈ ਅਤੇ ਮੇਬੀ BC ਦਾ ਐਗਜ਼ਾਮਪਲ ਆਫ ਪੋਜ਼ੀਟਿਵਲੀ ਲੈਣ ਅਤੇ ਉੱਥੇ ਵੀ ਇਹ ਜਿਹੜੇ ਪ੍ਰੋਗਰਾਮ ਆ ਐਗਜ਼ੈਂਪਸ਼ਨ ਆ ਉੱਥੇ ਵੀ ਇਹਨਾਂ ਨੂੰ ਫਾਇਦਾ ਹੋਵੇ। ਕਿਹੜੇ ਨਸ਼ਿਆਂ ਨੂੰ 2.5 ਗ੍ਰਾਮ ਤੱਕ ਰੱਖਣ ਤੇ ਅਪਰਾਧ ਨਾ ਹੋਣ ਦੀ ਛੋਟ ਹੋਵੇਗੀ? ਆਓ ਇਸ ਸੰਬੰਧੀ ਵੀ ਜਾਣਦੇ ਹਾਂ। ਦੇ ਵਿੱਚ ਅਨਫੋਰਚੂਨੇਟਲੀ ਜਿਹੜੀ ਡੈਥਸ ਹੁੰਦੀਆਂ ਨੇ ਉਹ ਤਕਰੀਬਨ 7-8 ਡਰੱਗਸ 6-7 ਡਰੱਗਸ ਨੇ ਜਿਹੜੇ ਮੇਨ ਉਹਨਾਂ ਤੋਂ ਹੁੰਦੇ ਨੇ। ਫੈਂਟਨਲ ਨੰਬਰ 1, ਆਪਣੇ ਕੋਕੇਨ ਤੋਂ, ਬੈਂਜ਼ੋਡਾਇਜ਼ੇਪੀਨਸ, ਐਥਲ ਐਲਕੋਹਲ, ਇਹ ਅੱਡ ਕਿਸਮ ਦੇ ਹੁੰਦੇ ਨੇ। ਫੈਂਟਨਲ ਮੈਂ ਨੰਬਰ 1 ਤਾਂ ਬੋਲਿਆ ਕਿਉਂਕਿ ਅਨਫੋਰਚੂਨੇਟਲੀ ਜਿਹੜੇ ਡੈਥਸ ਇੱਥੇ BC ਦੇ ਵਿੱਚ ਹੁੰਦੇ ਨੇ, ਪਿਛਲੇ ਸਾਲ ਆਪਣੇ 2000 ਤੋਂ ਉੱਪਰ ਸੀ, 2200 ਤੋਂ ਉੱਪਰ ਸੀਗੇ ਸਿਰਫ BC ਦੇ ਵਿੱਚ ਡੈਥਸ, ਅਤੇ ਉਹਨਾਂ 'ਚੋਂ 85% ਮੈਜੋਰਟੀ ਫੈਂਟਨਲ ਲੱਭਿਆ ਗਿਆ ਡਰੱਗਸ ਦੇ ਵਿੱਚ ਜਿਹੜਾ ਉਹਨਾਂ ਨੇ ਕੰਜ਼ਿਊਮ ਕੀਤਾ ਸੀ। ਸੋ ਫੈਂਟਨਲ ਇੰਨੀ ਖਤਰਨਾਕ ਚੀਜ਼ ਹੈ ਵੀ ਜਦੋਂ ਇਨਸਾਨ ਨੂੰ ਉਹ ਮਿਲਦੀ ਹੈ, ਜੇ ਉਹ ਨਹੀਂ ਉਹ ਯੂਜ਼ ਟੂ ਉਹਨੂੰ ਮੋਸਟ ਆਫਨ ਉਹ ਕੁਛ ਨਾ ਕੁਛ ਇਹੋ ਜਿਹਾ ਓਵਰਡੋਸ ਐਪੀਸੋਡ ਚੱਲਦਾ ਹੁੰਦਾ ਉਹਨਾਂ ਦਾ। ਟੌਕਸਿਕ ਡਰੱਗ ਸਪਲਾਈ ਉਹਨੂੰ ਤਾਂ ਕਿਹਾ ਜਾਂਦਾ ਵੀ ਜਿਹੜੀ ਫੈਂਟਨਲ ਉਹ ਹੁਣ ਲੈਬੋਰੇਟਰੀ ਜਾਂ ਕਿਚਨ ਘਰਾਂ 'ਚ ਲੋਕ ਬਣਾਉਣ ਲੱਗ ਗਏ ਅਤੇ ਅੱਡ ਉਹਦੀ ਅਸਰ ਹੁੰਦਾ। ਫੈਂਟਨਲ ਜਿਹੜਾ ਪਹਿਲਾਂ ਹੁੰਦਾ ਸੀ ਉਹ ਤਕਰੀਬਨ 10,000 ਟਾਈਮ ਸਟਰੋਂਗਰ ਹੁੰਦਾ ਆਪਣੇ ਮੋਰਫੀਨ ਨਾਲੋਂ। ਹੁਣ ਤਾਂ ਕੋਈ ਰੈਗੂਲੇਸ਼ਨ ਹੈ ਨਹੀਂ ਵੀ ਕਿੰਨਾ ਸਟਰੋਂਗ ਹੁੰਦਾ, ਅਤੇ ਉਹ ਜਿਹੜੀ ਸਪਲਾਈ ਸਟਰੀਟਸ 'ਤੇ ਲੋਕਾਂ ਨੂੰ ਮਿਲਦੀ ਹੈ ਨਸ਼ੇ ਦੀ, ਤਾਂ ਹੀ ਤਾਂ ਕੋਸ਼ਿਸ਼ ਹੁੰਦੀ ਸੇਫ ਸਪਲਾਈ ਲਈ, ਕਿਉਂਕਿ ਜਿਹੜੀ ਸਟਰੀਟਸ 'ਤੇ ਡਰੱਗਸ ਮਿਲਦੀਆਂ ਨੇ ਲੋਕ ਕੀ ਕਰਦੇ, ਜਿਵੇਂ ਹੁਣ MDMA ਹੋਵੇ, MDMA ਨੂੰ ਥੋੜ੍ਹੀ ਜਿਹੀ ਫੈਂਟਨਲ ਪਾ ਦਿੰਦੇ ਉਹਦੇ 'ਚ, ਕਿਉਂਕਿ ਅਸਰ ਉਹਦਾ ਕਿੰਨਾ ਸਟਰੋਂਗ ਹੁੰਦਾ, ਇੰਨਾ ਜ਼ਿਆਦਾ ਸਟਰੋਂਗ ਹੁੰਦਾ ਵੀ ਉਹਦੀ MDMA ਦੀ ਪੋਟੈਂਸੀ ਉਹਨਾਂ ਨੂੰ ਵੱਧ ਰਹੀ ਹੈ, ਨਾਲੇ ਉਹਦੀ ਕੁਆਂਟਿਟੀ ਘੱਟ ਪਾਉਣੀ ਪੈਂਦੀ, ਉਹ ਜਿਹੜਾ ਹੋਰ ਮਹਿੰਗਾ ਹੁੰਦਾ ਡਰੱਗ, ਫੈਂਟਨਲ ਸਸਤਾ ਮਿਲਦਾ। ਸੋ ਅਖੀਰ 'ਤੇ ਗੱਲ ਉਹ ਪੈਸਿਆਂ ਦੀ ਆ ਜਾਂਦੀ ਹੈ। ਜਿਹੜੇ ਡੀਲਰਸ ਹੁੰਦੇ ਉਹਨਾਂ ਨੇ ਆਪਦੇ ਪੈਸੇ ਬਚਾਉਣੇ ਅਤੇ ਵਧਾਉਣੇ ਵੀ ਹੁੰਦੇ ਆ, ਹੈ ਨਾ। ਸੋ ਅਨਫੋਰਚੂਨੇਟਲੀ ਹਾਂ, ਤੁਹਾਡੇ ਜਿਹੜਾ ਸਵਾਲ ਸੀ ਇਹੀ ਹੈ, ਔਰ ਜਵਾਬ ਇਹੀ ਹੈ ਵੀ ਫੈਂਟਨਲ ਇਹਦਾ ਧਿਆਨ ਰੱਖਣਾ ਚਾਹੀਦਾ। ਪਰ ਇਸ ਤੋਂ ਵੀ ਇਲਾਵਾ ਹੋਰ ਡਰੱਗਸ ਵੀ ਨੇ ਜਿਹੜੇ ਓਪੀਓਇਡ ਨਹੀਂ ਹੁੰਦੇ, ਉਹ ਸਿੰਥੈਟਿਕ ਬੈਂਜ਼ੋਡਾਇਜ਼ੇਪੀਨ ਹੁੰਦੀਆਂ,
ਤੇ ਅਠੀਜ਼ੋਲੈਮ ਕਹਿੰਦੇ ਨੇ ਉਹਨੂੰ। ਤੇ ਉਹ ਜਿਹੜੀ ਅਸੀਂ ਯੂਜ਼ ਕਰ ਰਹੇ ਹਾਂ ਨਾਰਕੈਨ ਲੋਕਾਂ ਨੂੰ ਬਚਾਉਣ ਨੂੰ, ਉਹ ਨਾਰਕੈਨ ਵੀ ਉਹਨਾਂ ਤੇ ਕੰਮ ਨਹੀਂ ਕਰਦੀ, ਕਿਉਂਕਿ ਨਾਰਕੈਨ ਬਣੀ ਹੋਈ ਓਪੀਓਇਡਸ ਲਈ। ਅਠੀਜ਼ੋਲੈਮ ਹੈਗੀ ਬੈਂਜ਼ੋਡਾਇਆਜ਼ੇਪੀਨ, ਹੈ ਨਾ। ਸੋ ਉਹ ਵੀ ਡਿਫਰੈਂਟ ਹੈ। ਸੋ ਅਨਫੋਰਚੂਨੇਟਲੀ ਜਿਹੜੇ ਪਿਛਲੇ ਡੈਥਸ ਹੋਈਆਂ ਨੇ ਆਪਣੇ ਪ੍ਰੋਵਿੰਸ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਮਾਰਚ ਤਾਈਂ, ਕਿਉਂਕਿ ਅਪ੍ਰੈਲ ਮਈ ਦੇ ਹਾਲੇ ਸਟੈਟਸ ਆਏ ਨਹੀਂ, ਉਹਦੇ ਵਿੱਚ 40% ਅਠੀਜ਼ੋਲੈਮ ਮਿਲੀ ਹੈ। ਸੋ ਇਹ ਚੀਜ਼ ਵੀ ਮੋਡੀਫਾਈ ਹੁੰਦੀ ਰਹਿੰਦੀ ਹੈ। ਸੋ ਇੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਕਿੰਨੀ ਅਰਜੈਂਸੀ ਹੈ ਵੀ ਛੇਤੀ ਤੋਂ ਛੇਤੀ ਆਪਾਂ ਇਹਨੂੰ ਲਾਂਚ ਕਰੀਏ, ਛੇਤੀ ਆਪਾਂ ਕੋਸ਼ਿਸ਼ ਕਰੀਏ ਉਹ ਸਟੈਪਸ ਲਈਏ ਉੱਥੇ ਸੇਫ ਸਪਲਾਈ ਵੱਲ। BC ਦੇ ਵਿੱਚ ਕੁਝ ਅਮਾਉਂਟ ਦਾ ਨਸ਼ਾ ਰੱਖਣ ਨੂੰ ਅਪਰਾਧ ਨਾ ਮੰਨਣ ਦੇ ਫੈਸਲੇ ਤੇ ਫਿਲਹਾਲ ਚਰਚਾ ਸਰਗਰਮ ਹੈ। ਦੇਖਦੇ ਹਾਂ ਇਸ ਪ੍ਰੋਗਰਾਮ ਨੂੰ ਕਿਵੇਂ ਨੇਪਰੇ ਚਾੜਨ ਦੀ ਪ੍ਰਕਿਰਿਆ ਚੱਲੇਗੀ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਮਕਸਦ ਹੈ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆ ਰਹੀ ਹੈ ਨਸ਼ੇ ਦੇ ਵਿੱਚ, ਕਿਸੇ ਵੀ ਮੈਂਟਲ ਹੈਲਥ ਇਸ਼ੂ ਕਰਕੇ ਜੋ ਧੱਸ ਰਹੇ ਨੇ, ਤਾਂ ਉਹਨਾਂ ਦੀ ਬਾਂਹ ਫੜੀ ਜਾਵੇ, ਉਹਨਾਂ ਨੂੰ ਸਹਾਰਾ ਦਿੱਤਾ ਜਾਵੇ। ਅੱਜ ਸਵੇਰ ਦੇ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਇੱਕ ਨਸ਼ੇ ਦੇ ਵਿੱਚ ਧੱਸ ਚੁੱਕੇ ਵਿਅਕਤੀ ਨੇ ਸਾਡੇ ਨਾਲ ਕੰਟੈਕਟ ਕੀਤਾ। ਉਹਨਾਂ ਨੇ ਫੋਨ ਕਾਲ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੀ ਦੁੱਖ ਭਰੀ ਕਹਾਣੀ ਨੂੰ ਬਿਆਨ ਕੀਤਾ ਕਿ ਕਿਵੇਂ ਮੈਂਟਲ ਹੈਲਥ ਤੋਂ ਉਹ ਨਸ਼ੇ ਦੇ ਵਿੱਚ ਚਲੇ ਗਏ ਤੇ ਕਿੰਨਾ ਜ਼ਿਆਦਾ ਉਸ ਵਿੱਚ ਧੱਸ ਚੁੱਕੇ ਸੀ, ਜਿਸ ਵੇਲੇ ਉਹ ਬਿਆਨ ਨਹੀਂ ਕਰ ਪਾ ਰਹੇ ਸੀ ਤੇ ਸਿਰਫ ਰਸਤਾ ਦੇਖ ਰਹੇ ਸੀ ਕਿ ਕੌਣ ਉਹਨਾਂ ਦੀ ਬਾਂਹ ਫੜੇਗਾ। ਇਸ ਲਈ ਇੱਦਾਂ ਦੇ ਫੈਸਲੇ ਉਹਨਾਂ ਨੇ ਕਿਹਾ ਹੈ ਕਿ ਕਾਫੀ ਠੀਕ ਹੋਣੇ ਚਾਹੀਦੇ, ਜਿਸ ਨਾਲ ਕਿਸੇ ਨੂੰ ਨਸ਼ੇ ਤੋਂ ਬਾਹਰ ਕੱਢਿਆ ਜਾ ਸਕੇ, ਉਹਨਾਂ ਦੀ ਬਾਂਹ ਫੜੀ ਜਾਏ। ਆਓ ਸੁਣਦੇ ਹਾਂ ਇਹ ਦੁੱਖ ਭਰੀ ਕਹਾਣੀ। ਇਹ ਜੋ ਗਵਰਨਮੈਂਟ ਕਰ ਰਹੀ ਹੈ, ਮੈਂ ਤਾਂ ਕਹੂੰਗਾ ਹੀ ਰਹੂੰਗਾ, ਕਿਉਂਕਿ ਮੈਂ ਵੀ ਇੱਕ ਸਮੇਂ ਵਿੱਚ ਆਪਣੀ ਜ਼ਿੰਦਗੀ 'ਚ ਪ੍ਰੋਬਲਮ ਦੀ ਖਾਤਰ ਮੈਨੂੰ ਪਤਾ ਨਹੀਂ ਸੀ ਮੈਂ ਕਿੱਥੇ ਹੈਲਪ ਮੰਗਣੀ ਜਾ ਕੇ ਜੀ। ਤਾਂ ਉਹ ਆਪਣੇ ਜਿੱਦਾਂ ਵੀਰ ਜੀ ਕਹਿ ਕੇ ਹਟੇ, ਇੱਕ ਮੇਰਾ ਮੈਂ ਉਹਨੂੰ ਸਿਰਫ ਵਰਤਦਾ ਸੀ ਵੀ ਮੈਨੂੰ ਜਿਹੜੀਆਂ ਗੱਲਾਂ ਮੇਰੇ ਤੇ ਹੋ ਰਹੀਆਂ ਨੇ, ਜਿਹੜੇ ਮੇਰੇ ਤੇ ਦੁੱਖ ਆਏ ਨੇ, ਉਹ ਮੈਂ ਦੁੱਖਾਂ ਦੀ ਖਾਤਰ ਇੱਕ ਬਹੁਤ ਮਾੜੀ ਜਗ੍ਹਾ ਤੇ ਡਿੱਗ ਪਿਆ ਸੀ ਆਪ। ਠੀਕ ਨੇ ਜੀ? ਜੀ ਜੀ ਜੀ। ਇਹ ਜਿਹੜੀ ਹੁਣ ਗਵਰਨਮੈਂਟ ਕਰ ਰਹੀ ਹੈ 2.5 ਗ੍ਰਾਮ, ਇਹ ਤਾਂ ਜਿੱਦਾਂ ਕਹਿੰਦੇ ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ ਹਾਂ, ਉਹ ਤਾਂ ਮੇਰੇ ਲਈ ਇੱਕ ਸਿਰਫ ਸਟਾਰਟਿੰਗ ਪੁਆਇੰਟ ਆ ਜੀ। ਤੇ ਉਹਨੂੰ ਮੈਂ ਆਪਣੀ ਹੈਬਿਟ ਨੂੰ ਸਪੋਰਟ ਕਰਨ ਦੇ ਲਈ ਮੈਂ ਗਾਹਾਂ ਕੀ ਕਰਨਾ, ਕਿਉਂਕਿ ਮੇਰੇ ਕੋਲ ਜੌਬ ਨਹੀਂ ਸੀ, ਮੈਂ ਸਭ ਕੁਝ ਗਵਾ ਬੈਠਾ ਸੀ। ਠੀਕ ਨੇ ਜੀ? ਜੀ ਜੀ। ਨਾ ਇਹਨਾਂ ਦੇ ਕ੍ਰਾਈਮ ਕਰਨਾ, ਕ੍ਰਾਈਮ ਵਧੂਗਾ, ਕਿਉਂਕਿ ਜਦ ਮੈਂ ਇੱਕ $20 ਦਾ ਰਾਖ ਲੈ ਲੈਂਦਾ ਸੀ ਸਵੇਰ ਨੂੰ ਉੱਠ ਕੇ, ਉਹ ਮੈਂ ਬਾਕੀ ਸਾਰਾ ਦਿਨ ਉਹ ਸਪੋਰਟ ਕਿੱਦਾਂ ਹੈ ਕਰਨੇ ਆ। ਜਿੱਦਾਂ ਵੀਰ ਜੀ ਕਹਿ ਕੇ ਹਟੇ, ਮੈਂ ਚੋਰੀ ਕਰੂੰ, ਕਿਸੇ ਕੋਲ ਖੋਊਂਗਾ, ਹਾਂਜੀ ਬਿਲਕੁਲ, ਇਹ ਕੰਮ ਜ਼ੀਰੋ ਟਾਲਰੈਂਸ ਚਾਹੀਦੀ ਆ ਨਸ਼ੇ ਦੀ ਜੀ। ਇਟਸ ਓਨਲੀ ਵੇ, ਇਟਸ ਓਨਲੀ ਕਿਉਰ। ਜਿਹੜੇ ਪੀਪਲ ਮੈਂਟਲ ਹੈਲਥ ਆ, ਸਾਨੂੰ ਮੈਂਟਲ ਹੈਲਥ ਦੇ ਇਸ਼ੂਆਂ ਨਾਲ ਵੀ ਡੀਲ ਕਰਨੀ ਪੈਣੀ ਆ ਜੀ ਬਿਲਕੁਲ, ਕਿਉਂਕਿ ਅਸੀਂ ਮੋਸਟ ਬੰਦੇ ਜਿਹੜੇ ਆ ਨਾ, ਕੋਈ ਵੀ ਹਿਊਮਨ ਬੀਇੰਗ ਚਾਹੁੰਦਾ ਨਹੀਂ, ਮਾਂ ਤੇ ਨਹੀਂ ਚਾਹੁੰਦਾ ਮੇਰਾ ਬੱਚਾ ਨਸ਼ੇ ਕਰੇ, ਸ਼ਰਾਬ ਪੀਵੇ। ਹਾਂਜੀ ਬਿਲਕੁਲ। ਅਸੀਂ ਚਾਹੁੰਦੇ ਇੰਨੇ ਸੋਹਣੇ ਦੇਸ਼ ਵਿੱਚ ਆਏ ਜਿੱਥੇ ਸਾਡੀ ਇੰਨੀ ਮਦਦ ਮਿਲਦੀ ਆ ਜੀ ਬਿਲਕੁਲ। ਮੇਰੀ ਜਾਨ ਤਾਂ ਹੀ ਬਚੀ ਆ ਕਿਉਂਕਿ ਮੈਂ ਕੈਨੇਡਾ ਵਿੱਚ ਰਹਿੰਦਾ ਸੀ ਜੀ ਜੀ। ਇੰਨੀ ਹੈਲਪ ਆ, ਜਿਹੜੇ ਬੰਦੇ ਨਸ਼ੇ ਵਰਤਦੇ ਆ, ਸਾਨੂੰ ਉਹਨਾਂ ਲਈ ਡੋਰਾਂ ਖੋਲਣੀਆਂ ਚਾਹੀਦੀਆਂ, ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਵੀ ਤੁਹਾਡੇ ਲਈ ਹੈਲਪ ਹੈਗੀ ਆ। There's no guilt or shame for asking for help ਜੀ ਬਿਲਕੁਲ। ਠੀਕ ਹੈ ਭੈਣ ਜੀ? ਜੀ ਜੀ ਜੀ। ਕਿਉਂਕਿ ਜਦ ਮੈਂ ਹੱਥ ਖੜਾ ਕਰੂੰਗਾ, ਮੈਨੂੰ ਮਦਦ ਦੀ ਲੋੜ ਆ। ਹਾਂਜੀ। I live in such a beautiful country. There's so many people willing to take my hand and guide me out of the, you know, I dug the hole. There's a way out. ਜੀ okay? ਜੀ ਬਿਲਕੁਲ ਜੀ। ਭਾਜੀ ਬਹੁਤ ਸੋਹਣੀ ਗੱਲਾਂ ਕਰ ਰਹੇ ਨੇ। ਹਾਂਜੀ। That's not a, it's just a little bandage on a little cut. ਜੀ। We have a big issue, brother, sister dying every day. You know, that's just drug does that. How many people die of alcoholism? We don't even know. जी. So I'm just going to leave it at that. You two have a good day. Thanks for the topic. जी, thank you so much. ਸਵਾਲ ਭਾਵੇਂ ਉੱਠ ਰਹੇ ਨੇ ਇਸ ਵੇਲੇ ਕਿ ਇਸ ਨਸ਼ੇ ਦੇ ਵਿੱਚ ਛੋਟ ਦੇਣਾ ਕਾਫੀ ਹੱਦ ਤੱਕ ਗਲਤ ਸਾਬਿਤ ਹੋ ਸਕਦਾ ਹੈ, ਪਰ ਸਰਕਾਰ ਦਾ ਇਹ ਮੰਨਣਾ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਦੇਖ ਕੇ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਤੇ ਅੱਗੇ ਕਾਰਗਰ ਸਾਬਿਤ ਹੋਏਗਾ ਤੇ ਜਿਵੇਂ ਇਸ ਪ੍ਰੋਗਰਾਮ ਦੀ ਪ੍ਰਕਿਰਿਆ ਨੇਪਰੇ ਚਾੜੀ ਜਾਏਗੀ, ਉਸ ਦੇ ਵਿੱਚ ਤਬਦੀਲੀਆਂ ਵੀ ਨਾਲ ਦੀ ਨਾਲ ਕੀਤੀਆਂ ਜਾਣਗੀਆਂ। ਆਓ ਦੇਖਦੇ ਹਾਂ ਇੱਕ ਰਿਪੋਰਟ ਕਿ ਆਖਿਰਕਾਰ ਸਰਕਾਰ ਦਾ ਇਸ ਸਾਰੇ ਪ੍ਰੋਗਰਾਮ ਦੇ ਪਿੱਛੇ ਮਕਸਦ ਹੈ ਕੀ।
ਮਾਨਸਿਕ ਸਿਹਤ ਅਤੇ ਨਸ਼ਾਖੋਰੀ ਦੀ ਫੈਡਰਲ ਮੰਤਰੀ ਅਤੇ ਸਿਹਤ ਦੇ ਐਸੋਸੀਏਟ ਮੰਤਰੀ ਦੁਆਰਾ ਇਹ ਐਲਾਨ ਕੀਤੇ ਜਾਣ ਦੇ ਨਾਲ ਕਿ ਉਹ ਲੋਕ ਜੋ ਨਿੱਜੀ ਵਰਤੋਂ ਦੇ ਲਈ ਥੋੜੀ ਜਿਹੀ ਮਾਤਰਾ ਵਿੱਚ ਕੁਝ ਗੈਰ ਕਾਨੂੰਨੀ ਪਦਾਰਥ ਆਪਣੇ ਕੋਲ ਰੱਖਦੇ ਨੇ ਲਈ ਕੰਟਰੋਲਡ ਡਰੱਗਸ ਐਂਡ ਸਬਸਟੈਂਸ ਐਕਟ ਦੇ ਅਧੀਨ ਅਪਰਾਧਕ ਸਜ਼ਾਵਾਂ ਖਤਮ ਕਰਨ ਲਈ 3 ਸਾਲ ਦੀ ਛੋਟ ਦਿੱਤੀ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਨਾਲ ਜੁੜੀ ਸ਼ਰਮਿੰਦਗੀ ਤੇ ਡਰ ਨੂੰ ਘਟਾਉਣ ਦੇ ਲਈ ਇੱਕ ਬੇहद ਜ਼ਰੂਰੀ ਕਦਮ ਮੰਨਿਆ ਜਾ ਰਿਹਾ ਹੈ। ਇਹ ਛੋਟ 31 ਜਨਵਰੀ 2023 ਤੋਂ 31 ਜਨਵਰੀ 2026 ਤੱਕ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਾਗੂ ਰਹੇਗੀ। ਇਸ ਨੀਤੀ ਆਧਾਰਿਤ ਤਬਦੀਲੀ ਨੂੰ ਲਾਗੂ ਕਰਨ ਦੇ ਲਈ ਸੂਬਾ ਸਰਕਾਰ ਬਹੁਤ ਸਾਰੇ ਵੱਖ-ਵੱਖ ਭਾਈਵਾਲਾਂ ਦੇ ਨਾਲ ਸਹਿਯੋਗ ਕਰੇਗੀ, ਜਿਸ ਦੇ ਵਿੱਚ ਫੈਡਰਲ ਸਰਕਾਰ, ਸਿਹਤ ਅਧਿਕਾਰਨ, ਕਾਨੂੰਨ ਲਾਗੂ ਕਰਨ ਵਾਲੇ ਵਿਭਾਗ, ਅਜਿਹੇ ਅਨੁਭਵਾਂ ਚੋਂ ਗੁਜ਼ਰ ਚੁੱਕੇ ਜਾਂ ਗੁਜ਼ਰ ਰਹੇ ਲੋਕ, ਮੂਲ ਵਾਸੀ ਭਾਈਵਾਲ ਤੇ ਭਾਈਚਾਰਕ ਸੰਸਥਾਵਾਂ ਸ਼ਾਮਿਲ ਨੇ ਤਾਂ ਕਿ ਸਮੇਂ ਦੇ ਨਾਲ-ਨਾਲ ਇਸ ਛੋਟ ਦੇ ਨਤੀਜਿਆਂ ਦੀ ਨਿਗਰਾਨੀ ਤੇ ਮੁਲਾਂਕਣ ਕਰਨ ਲਈ ਜਨਤਕ ਸਿਹਤ ਤੇ ਜਨਤਕ ਸੁਰੱਖਿਆ ਨਾਲ ਸੰਬੰਧਿਤ ਸੂਚਕ ਪੈਮਾਨੇ ਸਥਾਪਿਤ ਕੀਤੇ ਜਾ ਸਕਣ। ਦੱਸਦੇ ਕਿ ਇਸ ਸੰਬੰਧੀ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਨੇ, ਜਿਸ ਤੇ ਮਾਨਸਿਕ ਸਿਹਤ ਤੇ ਨਸ਼ਾਖੋਰੀ ਦੇ ਫੈਡਰਲ ਮੰਤਰੀ ਤੇ ਸਿਹਤ ਦੇ ਐਸੋਸੀਏਟ ਮੰਤਰੀ ਨੇ ਕਿਹਾ ਹੈ ਕਿ ਉਹ ਲੋਕ ਜੋ ਨਿੱਜੀ ਵਰਤੋਂ ਲਈ ਥੋੜੀ ਜਿਹੀ ਮਾਤਰਾ ਵਿੱਚ ਕੁਝ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਆਪਣੇ ਕੋਲ ਰੱਖਦੇ ਨੇ ਲਈ ਅਪਰਾਧਕ ਸਜ਼ਾਵਾਂ ਖਤਮ ਕਰਨ ਜਾਂ ਬਦਨਾਮੀ ਤੇ ਨੁਕਸਾਨ ਦੇ ਵਿੱਚ ਕਮੀ ਆਵੇਗੀ ਤੇ ਓਵਰਡੋਜ਼ ਦੇ ਸੰਕਟ ਨੂੰ ਸਮਾਪਤ ਕਰਨ ਲਈ ਬ੍ਰਿਟਿਸ਼ ਕੋਲੰਬੀਆ ਨੂੰ ਇਹ ਇੱਕ ਹੋਰ ਸਾਧਨ ਮੁਹੱਈਆ ਹੋ ਜਾਏਗਾ। ਇਹ ਛੋਟ ਦਾ ਮਤਲਬ ਕਾਨੂੰਨੀ ਤੌਰ ਤੇ ਜਾਇਜ਼ ਠਹਿਰਾਉਣਾ ਨਹੀਂ ਹੈ। ਇਹ ਨਸ਼ੀਲੇ ਪਦਾਰਥ ਗੈਰ ਕਾਨੂੰਨੀ ਹੀ ਰਹਿਣਗੇ, ਪਰ ਉਹ ਬਾਲਗ ਵਿਅਕਤੀ ਜਿਨ੍ਹਾਂ ਕੋਲ ਨਿੱਜੀ ਵਰਤੋਂ ਲਈ 2.5 ਗ੍ਰਾਮ ਜਾਂ ਉਸ ਤੋਂ ਘੱਟ ਕੁਝ ਖਾਸ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਹੋਣਗੇ, ਹੁਣ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ, ਉਹਨਾਂ ਤੇ ਦੋਸ਼ ਨਹੀਂ ਲਾਏ ਜਾਣਗੇ ਤੇ ਉਹਨਾਂ ਦੇ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਨਹੀਂ ਕੀਤਾ ਜਾਏਗਾ। ਇਸ ਦੀ ਥਾਂ ਪੁਲਿਸ ਵੱਲੋਂ ਸਿਹਤ ਤੇ ਸਮਾਜਿਕ ਲਿਹਾਜ਼ ਦੇ ਨਾਲ ਉਪਲਬਧ ਸਹਾਇਤਾ ਸਾਧਨਾਂ ਬਾਰੇ ਜਾਣਕਾਰੀ ਮੁਹੱਈਆ ਕਰਾਈ ਜਾਏਗੀ ਤੇ ਮੰਗੇ ਜਾਣ ਤੇ ਫੈਡਰਲ ਦੁਆਰਾ ਮਦਦ ਕੀਤੀ ਜਾਏਗੀ। ਨਸ਼ੀਲੇ ਪਦਾਰਥਾਂ ਦੀ ਵਰਤੋਂ ਇੱਕ ਜਨਤਕ ਸਿਹਤ ਦਾ ਮਾਮਲਾ ਹੈ, ਅਪਰਾਧਕ ਮਾਮਲਾ ਨਹੀਂ ਹੈ। ਸ਼ੀਲਾ ਮਲਕਮਸਨ BC ਦੇ ਮਾਨਸਿਕ ਸਿਹਤ ਤੇ ਨਸ਼ਾਖੋਰੀ ਮੰਤਰੀ, ਉਹਨਾਂ ਕਿਹਾ ਕਿ ਉਹ ਲੋਕ ਜੋ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਨੇ ਨੂੰ ਅਪਰਾਧ ਦੇ ਦਾਇਰੇ ਚੋਂ ਬਾਹਰ ਰੱਖਣ ਦੇ ਨਾਲ ਅਸੀਂ ਬਦਨਾਮੀ ਤੇ ਉਸ ਡਰ ਤੋਂ ਦੂਰ ਕਰ ਸਕਾਂਗੇ ਜਿਸ ਦੇ ਨਾਲ ਲੋਕ ਜੀਵਨ ਬਚਾ ਸਕਣ ਤੇ ਸਹਾਇਤਾ ਸਾਧਨਾਂ ਤੇ ਸੇਵਾਵਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ। ਪਿਛਲੇ 5 ਸਾਲਾਂ ਦੌਰਾਨ ਬ੍ਰਿਟਿਸ਼ ਕੋਲੰਬੀਆ ਤੇ ਫੈਡਰਲ ਸਰਕਾਰ ਪੂਰੇ ਸੂਬੇ ਤੇ ਕੈਨੇਡਾ ਵਿੱਚ ਲੋਕਾਂ ਲਈ ਮਾਨਸਿਕ ਸਿਹਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਦੇਖਭਾਲ ਦੇ ਇੱਕ ਨਿਰੰਤਰ ਸਿਲਸਿਲੇ ਦਾ ਨਿਰਮਾਣ ਕਰਦੀ ਆ ਰਹੀ ਹੈ। ਨੁਕਸਾਨ ਘਟਾਉਣ ਵਾਲੇ ਪ੍ਰੋਗਰਾਮ ਜਿਵੇਂ ਕਿ ਵਰਤੋਂ ਲਈ ਸੁਰੱਖਿਅਤ ਸਥਾਨ, ਵਧੇਰੇ ਸੁਰੱਖਿਅਤ ਸਪਲਾਈ ਤੇ ਨੈਲੈਕਸਨ ਜਾਨਾਂ ਬਚਾਉਣ ਦੇ ਲਿਹਾਜ਼ ਨਾਲ ਬੇहद ਅਹਿਮ ਰਹੇ ਨੇ। ਇਸ ਛੋਟ ਨੂੰ ਲਾਗੂ ਕਰਨਾ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੀ ਬਦਨਾਮੀ ਨੂੰ ਘਟਾਉਣਾ ਸਿਹਤ ਦੇਖਭਾਲ ਦੇ ਵਿੱਚ ਵੀ ਕਾਫੀ ਹੱਦ ਤੱਕ ਮਦਦ ਕਰੇਗਾ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪ੍ਰੋਗਰਾਮ ਨੂੰ ਬਿਨਾਂ ਰੁਕਾਵਟ ਦੇ ਚਲਾਇਆ ਜਾਏ। ਅਸੀਂ ਉਹਨਾਂ ਰੁਕਾਵਟਾਂ ਨੂੰ ਦੂਰ ਕਰ ਸਕਾਂਗੇ ਜੋ ਲੋਕਾਂ ਨੂੰ ਨੁਕਸਾਨ ਘਟਾਉਣ ਵਾਲੀਆਂ ਸੇਵਾਵਾਂ ਤੇ ਇਲਾਜ ਦੇ ਪ੍ਰੋਗਰਾਮਾਂ ਤੱਕ ਪਹੁੰਚ ਕਰਨ ਤੋਂ ਰੋਕਦੀਆਂ ਨੇ। ਦੱਸ ਦੇ ਕਿ ਇਸ ਸੰਬੰਧੀ ਕਈ ਤਰਕ ਸਾਹਮਣੇ ਆ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਮਿਲ ਕੇ ਫੈਡਰਲ ਤੇ ਸੂਬਾਈ ਸਰਕਾਰਾਂ ਇਸ ਛੋਟ ਨੂੰ ਲਾਗੂ ਕਰਨ ਸੰਬੰਧੀ ਮੁਲਾਂਕਣ ਤੇ ਨਿਗਰਾਨੀ ਕਰਨ ਲਈ ਨਜ਼ਦੀਕੀ ਸਹਿਯੋਗ ਕਰਨਗੀਆਂ ਤਾਂ ਕਿ ਕਿਸੇ ਅਣਚਾਹੇ ਨਤੀਜਿਆਂ ਦਾ ਸਮਾਧਾਨ ਕੀਤਾ ਜਾ ਸਕੇ ਤੇ ਇਸ ਤਰ੍ਹਾਂ ਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਛੋਟ BC ਦੇ ਲੋਕਾਂ ਲਈ ਇੱਕ ਸਹੀ ਫੈਸਲਾ ਸਾਬਿਤ ਹੋਵੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਰੀ ਪੁਲਿਸ ਦੇ ਵਿੱਚ ਹੋਰ ਅਫਸਰ ਕਦੋਂ ਤੈਨਾਤ ਕੀਤੇ ਜਾਣਗੇ, ਇਸ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ, ਜਿਸ ਦੇ ਉੱਤੇ ਸਿਟੀ ਕੌਂਸਲਰ ਮਨਦੀਪ ਨਾਗਰਾ ਨੇ ਅਪਡੇਟ ਸਾਂਝਾ ਕੀਤਾ ਹੈ। ਸਿਟੀ ਕੌਂਸਲਰ ਮਨਦੀਪ ਨਾਗਰਾ ਨੇ ਕਿਹਾ ਕਿ ਹੋਰ ਭਰਤੀ ਹੈ, ਹੋਰ ਤੈਨਾਤੀ ਜਿਹੜੀ ਹੈ ਉਹ ਪੁਲਿਸ ਅਫਸਰਾਂ ਦੀ ਕਰ ਦਿੱਤੀ ਗਈ ਹੈ ਤੇ ਕੁੱਲ ਮਿਲਾ ਕੇ 235 ਦੇ ਕਰੀਬ ਇਹ ਗਿਣਤੀ ਹੋ ਚੁੱਕੀ ਹੈ। ਜੁਲਾਈ ਦੇ ਵਿੱਚ ਉਹਨਾਂ ਕਿਹਾ ਕਿ ਹੋਰ ਤੈਨਾਤੀਆਂ ਚੱਪੇ-ਚੱਪੇ ਤੇ ਕੀਤੀਆਂ ਜਾਣਗੀਆਂ। ਹੈਲੋ, ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਸਰੀ ਪੁਲਿਸ ਦੀ ਅਪਡੇਟ ਦੇਣਾ ਚਾਹੁੰਦਾ। ਇਸ ਟਾਈਮ ਸਾਡੇ ਕੋਲ 85 ਸਰੀ ਪੁਲਿਸ ਦੇ ਆਫੀਸਰਸ ਜਿਹੜੇ ਹੈਗੇ ਆ ਬਾਹਰ ਸਟਰੀਟਸ ਤੇ ਪੈਟਰੋਲਿੰਗ ਕਰ ਰਹੇ ਨੇ। ਟੋਟਲ ਆਫੀਸਰਸ ਜਿਹੜੇ ਆ 235 ਆਫੀਸਰਸ ਟੋਟਲ ਸਰੀ ਪੁਲਿਸ ਦੇ ਵਿੱਚ ਹਾਇਰ ਹੋ ਚੁੱਕੇ ਨੇ। ਜੁਲਾਈ ਦੇ ਵਿੱਚ 30 ਹੋਰ ਆਫੀਸਰਸ ਪੈਟਰੋਲਿੰਗ ਵਾਸਤੇ ਇਨ ਐਡੀਸ਼ਨ ਟੂ 85 ਜਿਹੜੇ ਹੁਣ ਹੈਗੇ ਆ 30 ਹੋਰ ਜੁਲਾਈ ਦੇ ਵਿੱਚ ਬਾਹਰ ਸਟਰੀਟਸ ਤੇ ਪੈਟਰੋਲਿੰਗ ਕਰਨਗੇ। ਜਿਹੜੀਆਂ ਸਰੀ ਪੁਲਿਸ ਦੀਆਂ ਕਾਰਸ ਆ ਉਹਨਾਂ ਨੂੰ ਉਹ ਨੈਕਸਟ ਵੀਕ ਐਕਸਪੈਕਟੇਸ਼ਨਸ ਹੈਗੀ ਆ ਉਹ ਆ ਕੇ ਉਹ ਤੁਸੀਂ ਕਾਰਸ ਵੀ ਦੇਖੋਗੇ ਸਟਰੀਟ ਤੇ ਸਰੀ ਪੁਲਿਸ ਦੀਆਂ ਕਾਰਸ ਪੈਟਰੋਲਿੰਗ ਕਰਦੀਆਂ। ਸੋ ਜਿਹੜੀ ਸਰੀ ਪੁਲਿਸ ਆ ਬਹੁਤ ਸਪੀਡ ਦੇ ਨਾਲ ਟ੍ਰਾਂਜੀਸ਼ਨ ਹੋ ਰਹੀ ਆ। ਸੋ ਵਿਦਿਨ 1 ਸਾਲ ਦੇ ਵਿੱਚ ਹੋਰ ਜਿਹੜੀ ਇਹ ਟ੍ਰਾਂਜੀਸ਼ਨ ਹੈ ਕੰਪਲੀਟ ਹੋ ਜਾਏਗੀ ਤੇ ਸਰੀ ਪੁਲਿਸ ਜਿਹੜੀ ਆ ਐਕਚੁਅਲ ਪੁਲਿਸਿੰਗ ਬਾਡੀ ਸਰੀ ਦੀ ਬਣ ਜਾਏਗੀ। ਬੈਂਕ ਆਫ ਕੈਨੇਡਾ ਦੇ ਵੱਲੋਂ ਆਪਣੀਆਂ ਵਿਆਜ ਦਰਾਂ ਦੇ ਵਿੱਚ ਫਿਰ ਤੋਂ ਬਦਲਾਅ ਕੀਤਾ ਗਿਆ। 1.5% ਦਾ ਬਦਲਾਅ ਕੀਤਾ ਗਿਆ ਹੈ, ਜਿਸ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਵੱਧ ਰਹੀ ਅੱਗੇ ਮਹਿੰਗਾਈ ਦਰ ਜਿਹੜੀ ਜਿਸ ਦੀ ਰਿਪੋਰਟ ਸਾਹਮਣੇ ਆ ਰਹੀ ਹੈ ਕਿ ਅੱਗੇ ਹੋਰ ਵਾਧਾ ਹੋ ਸਕਦਾ ਹੈ, ਉਸ ਨੂੰ ਮੱਦੇਨਜ਼ਰ ਰੱਖਦੇ ਇਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਨੇ। ਵਿਆਜ ਦਰਾਂ ਦੇ ਵਿੱਚ ਜਿਹੜਾ ਹੈ ਇਸੇ ਲਈ
ਬਦਲਾਅ ਕੀਤਾ ਜਾ ਰਿਹਾ ਤਾਂ ਕਿ ਉਸ ਮਹਿੰਗਾਈ ਨੂੰ ਠੱਲ ਪਾਈ ਜਾ ਸਕੇ। ਜਾਣਕਾਰੀ ਮੁਤਾਬਕ ਦੱਸ ਦਈਏ, ਦਰਾਂ ਵਿੱਚ ਵਾਧਾ ਇਸ ਲਈ ਸਾਹਮਣੇ ਆਇਆ ਹੈ ਕਿਉਂਕਿ ਬੈਂਕ ਦਾ ਮੰਨਣਾ ਹੈ ਕਿ ਇਨਫਲੇਸ਼ਨ ਸੰਭਾਵਤ ਤੌਰ ਤੇ ਆਸਾਨੀ ਨਾਲ ਸ਼ੁਰੂ ਹੋਣ ਤੋਂ ਪਹਿਲਾਂ ਨੇੜੇ ਦੀ ਮਿਆਦ ਦੇ ਵਿੱਚ ਇੱਕਦਮ ਉੱਚੀ ਹੋਏਗੀ। ਬੈਂਕ ਦਾ ਕਹਿਣਾ ਹੈ ਕਿ ਇਹ ਮਹਿੰਗਾਈ ਦੇ ਨਾਲ ਮੁਕਾਬਲਾ ਕਰਨ ਲਈ ਵਿਆਜ ਦਰਾਂ ਨੂੰ ਵਧਾਉਣਾ ਜਾਰੀ ਰੱਖੇਗਾ ਤੇ ਉਹ 2% ਦੀ ਮਹਿੰਗਾਈ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਲੋੜ ਪੈਣ ਤੇ ਵਧੇਰੇ ਜ਼ੋਰਦਾਰ ਢੰਗ ਨਾਲ ਕੰਮ ਕਰਨ ਲਈ ਤਿਆਰ ਹੈ। ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ 70% ਦੇ ਨਾਲ ਬੈਂਕ ਦਾ ਮੰਨਣਾ ਹੈ ਕਿ ਮਹਿੰਗਾਈ ਦਾ ਇੱਕ ਮੁੱਖ ਮਾਪ 3% ਤੋਂ ਉੱਪਰ ਹੈ, ਜੋ ਵੱਧ ਰਹੀ ਮਹਿੰਗਾਈ ਦਾ ਖਤਰਾ ਹੈ। ਅਪ੍ਰੈਲ ਦੇ ਵਿੱਚ CPI 6.8% ਤੱਕ ਪਹੁੰਚ ਗਿਆ, ਜੋ ਕਿ 31 ਸਾਲਾਂ ਵਿੱਚ ਸਭ ਤੋਂ ਉੱਚਾ ਪੱਧਰ ਹੈ। ਬੈਂਕ ਦਾ ਕਹਿਣਾ ਹੈ ਕਿ ਕੈਨੇਡੀਅਨ ਆਰਥਿਕਤਾ ਇਸ ਸਮੇਂ ਸਪਸ਼ਟ ਤੌਰ ਤੇ ਜ਼ਿਆਦਾ ਮੰਗ ਦੇ ਵਿੱਚ ਕੰਮ ਕਰ ਰਹੀ ਹੈ। ਉਹ 2022 ਦੀ ਪਹਿਲੀ ਤਿਮਾਹੀ ਵਿੱਚ 3.1% ਦੇ GDP ਵਾਧੇ, ਵਿਆਪਕ ਪੱਧਰ ਤੇ ਮਜ਼ਦੂਰਾਂ ਦੀ ਘਾਟ ਤੇ ਮਜ਼ਬੂਤ ਮਾਰਕੀਟ ਗਤੀਵਿਧੀ ਦੇ ਸਬੂਤ ਵੱਲ ਇਸ਼ਾਰਾ ਕਰ ਰਹੀ ਹੈ। ਬੈਂਕ ਨੂੰ ਇਹ ਵੀ ਉਮੀਦ ਹੈ ਕਿ 2022 ਦੀ ਦੂਜੀ ਤਿਮਾਹੀ ਵਿੱਚ ਵੀ ਵਾਧਾ ਠੋਸ ਹੋਵੇਗਾ। ਕੈਨੇਡਾ ਦੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਅਪ੍ਰੈਲ ਦੇ ਮਹੀਨੇ 6.8% ਨਾਲ ਵਾਧਾ ਹੋਇਆ। ਇਹ ਖੁਲਾਸਾ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਕੀਤਾ ਗਿਆ। ਗਰੋਸਰੀਜ਼ ਦੀਆਂ ਕੀਮਤਾਂ ਦੇ ਵਿੱਚ 9.7% ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਗੈਸੋਲੀਨ ਦੀਆਂ ਕੀਮਤਾਂ ਦੇ ਵਿੱਚ 36.3% ਦਾ ਵਾਧਾ ਦਰਜ ਕੀਤਾ ਗਿਆ। ਜਿੱਤੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਇੱਕ ਕੇਸ ਹੋਇਆ ਸੀ ਜੀ ਮਾਰਚ 2020 ਦੇ ਵਿੱਚ, ਜਿਹਦੇ ਵਿੱਚ 2 ਮੇਟੀਜ਼ ਹੰਟਰ ਜਿਹੜੇ ਸੀਗੇ ਉਹ ਮੂਸ ਹੰਟਿੰਗ ਲਈ ਗਏ ਹੋਏ ਸੀਗੇ ਤੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹਨਾਂ ਦੀ ਸੜਕ ਦੇ ਨਾਲ ਮਤਲਬ ਉਹਨਾਂ ਦੀਆਂ ਦੋਨਾਂ ਦੀਆਂ ਲਾਸ਼ਾਂ ਮਿਲੀਆਂ ਸੀਗੀਆਂ। ਹੁਣ ਉਹ ਜਿਹੜੇ ਮੇਟੀਜ਼ ਹੰਟਰ ਹੈਗੇ ਆ ਜੀ, ਉਹਨਾਂ ਦਾ ਮੁਕੱਦਮਾ ਚੱਲਿਆ। ਮੁਕੱਦਮਾ ਚੱਲਣ ਤੋਂ ਬਾਅਦ ਉਹਨਾਂ ਨੂੰ ਜਿਹੜੀ ਜੂਰੀ ਸੀਗੀ ਜਾਂ ਜੂਰਰਜ਼ ਨੇ ਇਹ ਕਿਹਾ ਵੀ ਉਹ ਦੋਨੋਂ ਗਿਲਟੀ ਆ ਆਫ ਮੈਨ ਸਲਾਟਰ। ਸੋ ਇਹ 2 ਪੇ ਪੁੱਤ ਸੀਗੇ ਜੀ, ਜਿਨ੍ਹਾਂ ਨੇ ਗੋਲੀਆਂ ਚਲਾ ਕੇ ਉਹਨਾਂ ਦੋਨਾਂ ਵਿਅਕਤੀਆਂ ਨੂੰ ਮਾਰਿਆ। ਕਿਹਾ ਇੱਦਾਂ ਜਾਂਦਾ, ਇਹਨਾਂ ਦਾ ਮਤਲਬ ਡਿਫੈਂਸ ਦੇ ਵਕੀਲ ਨੇ ਇਹ ਕਿਹਾ ਵੀ ਇਹ ਜਿਹੜੇ ਦੋਨੋਂ ਮੇਟੀਜ਼ ਵਿਅਕਤੀ ਸੀਗੇ ਇਹ ਉਹਨਾਂ ਦੇ ਫਾਰਮ ਦੇ ਉੱਤੇ ਆਏ ਸੀਗੇ ਪਹਿਲਾਂ ਕੁਝ ਚੋਰੀ ਕਰਨ ਲਈ, ਯਾਨੀ ਇਹ ਮੁਕੱਦਮੇ ਦੇ ਦੌਰਾਨ ਇਹ ਗੱਲਾਂ ਬਾਤਾਂ ਹੋਈਆਂ ਜੀ। ਪਰ ਜਿਹੜਾ ਦੂਸਰੇ ਪਾਸੇ ਮੇਟੀਜ਼ ਪਰਿਵਾਰ ਆ ਉਹ ਦੱਸਦਾ ਵੀ ਇਹ ਗੱਲਾਂ ਬਿਲਕੁਲ ਝੂਠ ਸੀਗੀਆਂ ਉਹਨਾਂ ਦੀਆਂ, ਔਰ ਉਹ ਕਹਿੰਦੇ ਵੀ ਸਾਨੂੰ ਬੜਾ ਦੁੱਖ ਹੋਇਆ ਜੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਮੀਡੀਆ ਦੇ ਵਿੱਚ ਆਈਆਂ ਲਿਖੀਆਂ ਗਈਆਂ ਜਾਂ ਉਹਨਾਂ ਵੱਲੋਂ ਕੋਰਟ ਦੇ ਵਿੱਚ ਕਹੀਆਂ ਗਈਆਂ, ਜਿਨ੍ਹਾਂ ਤੋਂ ਇਹ ਲੱਗਦਾ ਸੀ, ਉਹ ਕਹਿੰਦੇ ਵੀ ਕੀ ਅਸੀਂ ਮੁੜ ਮਤਲਬ 18ਵੀਂ ਸਦੀ ਵਿੱਚ ਚਲੇ ਗਏ ਹਾਂ ਜਿੱਥੇ ਜਾਣੀ ਕਿ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ। ਉਹ ਕਹਿੰਦੇ ਵੀ ਮੇਰੇ ਘਰ ਵਾਲੇ ਨੂੰ ਕੋਈ ਵੀ, ਇਹ ਉਸ ਔਰਤ ਦੇ ਬਿਆਨ ਹੈ ਜੀ ਜਿਹਦਾ ਘਰ ਵਾਲਾ ਇਹਦੇ 'ਚ ਮਾਰਿਆ ਗਿਆ। ਸਾਰਾ ਸੈਮਸਮ ਆ, ਇਹ ਜੇਕਬ ਸੈਮਸਮ ਦੀ ਪਤਨੀ ਆ ਜਿਹਨੇ ਇਹ ਗੱਲ ਕਹੀ। ਉਹ ਕਹਿੰਦੀ ਵੀ ਮੇਰੇ ਘਰ ਵਾਲਾ ਕਦੇ ਵੀ ਉਹਨੂੰ ਕੋਈ ਡਰਿੰਕਿੰਗ ਪ੍ਰੋਬਲਮ ਨਹੀਂ ਸੀ ਹੈ, ਨਾ ਹੀ ਉਹਨੇ ਪਰਿਵਾਰ ਦੇ ਵਿੱਚ ਕਦੇ ਮਾਰ ਕੁਟਾਈ ਦੀ ਗੱਲਬਾਤ ਕੀਤੀ ਸੀ ਜਿਹੜੀਆਂ ਉੱਥੇ ਦੱਸੀਆਂ ਜਾਂਦੀਆਂ। ਉਹ ਕਹਿੰਦੇ ਵੀ ਉਹ ਤਾਂ ਮੈਨੂੰ ਬਹੁਤ ਪਿਆਰ ਕਰਦਾ ਸੀ ਔਰ ਪਰਿਵਾਰ ਸਾਰੇ ਨੂੰ ਹੀ ਉਹ ਬਹੁਤ ਪਿਆਰ ਕਰਦਾ ਸੀਗਾ। ਸੋ ਹੁਣ ਜਿਹੜੀ ਜੀ ਗੱਲਬਾਤ ਅਖੀਰ 'ਤੇ ਇੱਥੇ ਆਈ ਹੈ ਕਿ ਉਹਨਾਂ 2 ਵਿਅਕਤੀ ਜਿਹੜੇ ਐਂਥਨੀ ਬਿਲੋਡੇ 58 ਸਾਲਾਂ ਦਾ ਤੇ ਰੋਜਰ ਬਿਲੋਡੋ ਜਿਹੜਾ ਜੀ, ਉਹਨਾਂ ਦੋਨਾਂ ਨੂੰ ਇਹ ਮੈਨ ਸਲਾਟਰ ਦੇ ਚਾਰਜ ਨਾਲ ਦੋਸ਼ੀ ਪਾਇਆ ਗਿਆ ਤੇ ਇਹਦੀ ਜਿਹੜੀ ਸਜ਼ਾ ਹੁੰਦੀ ਆ ਉਹ ਹੁਣ 17 ਜੂਨ ਨੂੰ ਉਹਦੀ ਸੁਣਵਾਈ ਹੋਵੇਗੀ। ਤੇ ਜਿਹੜੀ ਘੱਟੋ ਘੱਟ ਸੈਂਟੈਂਸ ਹੈਗੀ 2nd ਡਿਗਰੀ ਮਰਡਰ ਦੀ, ਉਹਦੇ 'ਚ ਹੈਗੀ ਜੀ ਲਾਈਫ ਇਨ ਪ੍ਰਿਜ਼ਨ ਤੇ 10 ਸਾਲ ਪੈਰੋਲ ਐਲੀਜੀਬਿਲਟੀ ਨਹੀਂ ਹੁੰਦੀ, 10 ਸਾਲਾਂ ਤੋਂ ਬਾਅਦ ਮਿਲ ਸਕਦੀ ਪੈਰੋਲ। ਦੂਸਰੀ ਇਹ ਵੀ ਹੈਗੀ ਹੈ ਕਿ ਜਿਹੜੀ ਉਹ ਉਮਰ ਭਰ ਜੇਲ੍ਹ ਵਿੱਚ ਰਹਿਣਗੇ ਵਿਦਆਊਟ ਐਵੇਂ ਪੈਰੋਲ ਐਲੀਜੀਬਿਲਟੀ 25 ਸਾਲਾਂ ਤੱਕ। ਸੋ ਇਹ ਹੁਣ 17 ਜੂਨ ਨੂੰ ਪਤਾ ਲੱਗੇਗਾ ਵੀ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾਂਦੀ ਆ। ਪਰ ਜਿਹੜੇ ਇਹਨਾਂ ਦੋਨਾਂ ਹੀ ਵਿਅਕਤੀਆਂ ਦੇ ਪਰਿਵਾਰ ਆ ਜੀ, ਉਹਨਾਂ ਦਾ ਕਹਿਣਾ ਆ ਵੀ ਇਹ ਹੁਣ ਸਮਾਂ ਹੀਲਿੰਗ ਦਾ ਆ, ਸਾਨੂੰ ਇਹ ਜਿਹੜੀ ਪੁਰਾਣੀ ਗੱਲਬਾਤ ਹੋਈ ਆ ਉਹਨੂੰ ਭੁੱਲ ਜਾਣਾ ਚਾਹੀਦਾ ਹੈ ਤੇ ਗਾਂਹ ਭਵਿੱਖ ਵੱਲ ਦੇਖਣਾ ਚਾਹੀਦਾ ਹੈ। ਔਰ ਦੂਸਰੀ ਖਬਰ ਜੀ ਸਾਡੇ ਐਡਮਿੰਟਨ ਸ਼ਹਿਰ ਤੋਂ ਆ। ਕੱਲ੍ਹ ਐਡਮਿੰਟਨ ਆਇਲਰਸ ਦਾ ਮੈਚ ਹੋਇਆ ਕੋਲੋਰਾਡੋ ਦੇ ਨਾਲ।
ਉਹਦੇ ਵਿੱਚ 8-6 ਦੇ ਫਰਕ ਨਾਲ ਐਡਮਿੰਟਨ ਵਾਲੇ ਪਿੱਛੇ ਰਹਿ ਗਏ ਜੀ। ਬੜੀ ਉਹਨਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ, ਇਦਾਂ ਲੱਗਦਾ ਵੀ ਜਿਹੜਾ ਪੀਰੀਅਡ ਇੱਕ ਵਾਰੀ ਕਿਤੇ ਹੋਰ ਇੱਕ ਮਿਲ ਜਾਂਦਾ ਤੇ ਸ਼ਾਇਦ ਗੋਲ ਕਰ ਜਾਂਦੇ, ਪਰ ਇੰਨਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੋਲੋਰਾਡੋ ਵਾਲੇ ਜਿਹੜੇ ਆ ਉਹ ਖੇਲਦੇ ਕਿੱਦਾਂ। ਹੁਣ ਅਗਲੀ ਵਾਰੀ ਜਿਹੜਾ ਮੈਚ, ਦੂਸਰਾ ਮੈਚ ਆ, ਉਹਦੇ ਤੇ ਪਤਾ ਲੱਗੇਗਾ ਕਿ ਆਇਲਰਸ ਕਿੰਨੇ ਵਧੀਆ ਖੇਲਦੇ ਨੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।